सत श्री अकाल जी दा खालस टीवी की खास रिपोर्ट दे विच अज आपां गल करांगे उन्हां खुलासियां दी जो तुहाडे लूं कंडे खड़े कर देणगे जो हाले इल्जाम ने कानून की नज़र दे विच। ये दोष कदों साबित हुंदे ने ये साडीआं महिला पहलवानां नूं उडीक रहेगी। साह चैक करन दे बहाने टी शर्ट उतारी, फोटो खिचवाउण दे बहाने मोढे ते हथ रख के गलत हरकत करन दी कोशिश कीती। तू मैनू सपोर्ट कर, मैं तैनू सपोर्ट करांगा, ना कीती तां टूरनामेंट चों बाहर कड्ढण दी धमकी दे के कमरे च बुलाया। जख्मी खिडारियां दे इलाज दे लई सरीरक संबंध बनाउण दी शर्त रखी। जिस थां ते खिडारियां दे कमरे उत्थे ही अपना कमरा बुक करवाउंदा सी। पहलवान कुड़ियां कल्ले खाना खाण नहीं सी जांदियां कि राह दे विच ना मिल जे। हिम्मत करके एक पहलवान सरीरक शोषण दे खिलाफ जांच कमेटी कोल भी पहुंची ਤਾਂ ਉੱਥੇ ਵੀ ਕੈਮਰੇ ਦੇ ਨਾਲ ਔਨ ਆਫ ਦਾ ਖੇਡ ਸ਼ੁਰੂ ਹੋ ਗਿਆ। ਬ੍ਰਿਜਭੂਸ਼ਣ ਨੂੰ ਬਚਾਉਣ ਦੇ ਲਈ ਪੂਰਾ ਕੁਸ਼ਤੀ ਸੰਘ ਤੇ ਅਧਿਕਾਰੀ ਲੱਗ ਗਏ। ਇਹ ਉਹ ਦਰਦ ਹੈ ਜੋ 5 ਸਾਲਾਂ ਤੋਂ ਸਾਡੀਆਂ ਮਹਿਲਾ ਪਹਿਲਵਾਨਾਂ ਨੇ ਹੰਡਾਇਆ ਹੈ, ਜਿਸ ਨੂੰ 2 FIRs ਦੇ ਵਿੱਚ ਪਹਿਲਵਾਨਾਂ ਨੇ ਦਿੱਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦਰਜ ਕਰਵਾਇਆ। ਇਹ ਉਹ ਦਰਦ ਹੈ। ਹੁਣ ਜਦੋਂ ਬ੍ਰਿਜਭੂਸ਼ਣ ਦੇ ਕਾਲੇ ਕਾਰਨਾਮਿਆਂ ਦੀ FIR ਬਾਹਰ ਆ ਹੀ ਗਈ ਹੈ ਤਾਂ ਹੁਣ ਤੱਕ ਛਾਤੀ ਚੌੜੀ ਕਰਕੇ ਅਯੁੱਧਿਆ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰਨ ਦੀ ਧਮਕੀ ਦੇਣ ਵਾਲੇ ਬ੍ਰਿਜਭੂਸ਼ਣ ਨੂੰ 5 ਜੂਨ ਦੀ ਰੈਲੀ ਰੱਦ ਕਰਨ ਦੀ ਹਦਾਇਤ ਉੱਤੋਂ ਮਿਲ ਗਈ ਹੈ ਤੇ ਪੁਲਿਸ ਨੇ ਵੀ ਰੈਲੀ ਲਈ ਥਾਂ ਨਹੀਂ ਦਿੱਤੀ। ਹਾਲਾਂਕਿ ਬ੍ਰਿਜਭੂਸ਼ਣ ਕਹਿ ਰਿਹਾ ਹੈ ਕਿ ਮੈਂ ਇਹ ਰੈਲੀ ਰੱਦ ਕਰ ਦਿੱਤੀ ਹੈ ਕਿਉਂਕਿ ਜਾਂਚ ਚੱਲ ਰਹੀ ਹੈ, ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਜਿਹੜੀਆਂ ਮਹਿਲਾ ਖਿਡਾਰਨਾਂ ਦੇ ਬਿਆਨ 2 FIRs ਦੇ ਵਿੱਚ ਦਰਜ ਕੀਤੇ ਨੇ ਉਹਨਾਂ ਦੇ ਕੁਝ ਅੰਸ਼ ਸੁਣ ਕੇ ਤੁਹਾਡੇ ਹੋਸ਼ ਤਾਂ ਉੱਡ ਹੀ ਗਏ ਹੋਣਗੇ। ਹੁਣ ਜਦੋਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਤਾਂ ਪੈਰਾਂ ਥੱਲੋਂ ਜ਼ਮੀਨ ਵੀ ਸ਼ਾਇਦ ਖਿਸਕ ਜਾਵੇਗੀ। ਬ੍ਰਿਜਭੂਸ਼ਣ 5 ਸਾਲਾਂ ਤੋਂ ਪਹਿਲਵਾਨ ਧੀਆਂ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਇਹਨਾਂ ਪਰਚਿਆਂ ਦੇ ਵਿੱਚ ਸਾਬਿਤ ਹੁੰਦਾ ਹੈ। ਖਿਡਾਰਨਾਂ ਦੇ ਵਿੱਚ ਖੌਫ ਇਸ ਕਦਰ ਸੀ ਕਿ ਉਹ ਖਾਣਾ ਖਾਣ ਲਈ ਵੀ ਇਕੱਠੀਆਂ ਜਾਂਦੀਆਂ ਸੀ, ਇਕੱਲੇ ਜਾਣ ਦੀ ਹਿੰਮਤ ਨਹੀਂ ਸੀ ਪੈਂਦੀ। ਬ੍ਰਿਜਭੂਸ਼ਣ ਦੇ ਖਿਲਾਫ ਦਿੱਲੀ ਪੁਲਿਸ ਨੇ ਜਿਹੜੀਆਂ 2 FIRs ਦਰਜ ਕੀਤੀਆਂ ਉਹਨਾਂ ਦੇ ਵਿੱਚ ਪਹਿਲੀ FIR ਬਾਲਗ ਮਹਿਲਾ ਪਹਿਲਵਾਨਾਂ ਦੀ ਹੈ, ਜਦਕਿ ਦੂਸਰੀ ਨਾਬਾਲਿਗ ਰੈਸਲਰ ਦੀ ਹੈ। ਬਾਲਗ ਪਹਿਲਵਾਨਾਂ ਦਾ ਇਲਜ਼ਾਮ ਹੈ ਕਿ ਬ੍ਰਿਜਭੂਸ਼ਣ ਨੇ ਉਹਨਾਂ ਨੂੰ ਕਥਿਤ ਰੂਪ ਦੇ ਵਿੱਚ ਕਈ ਵਾਰੀ ਛੇੜਖਾਨੀ ਕੀਤੀ, ਗਲਤ ਤਰੀਕੇ ਨਾਲ ਹੱਥ ਲਾਇਆ, ਇੱਥੋਂ ਤੱਕ ਕਿ ਸਾਹ ਚੈੱਕ ਕਰਨ ਦੇ ਬਹਾਨੇ ਟੀ ਸ਼ਰਟ ਉਤਾਰੀ। ਜਦਕਿ ਨਾਬਾਲਿਗ ਪਹਿਲਵਾਨਾਂ ਦਾ ਇਲਜ਼ਾਮ ਹੈ ਕਿ ਬ੍ਰਿਜਭੂਸ਼ਣ ਨੇ ਉਹਨਾਂ ਦੇ ਨਾਲ ਫਿਜ਼ੀਕਲ ਸੰਬੰਧ ਬਣਾਉਣ ਦੀ ਮੰਗ ਕੀਤੀ। ਨਾਬਾਲਿਗ ਪਹਿਲਵਾਨ ਦੇ ਪਿਤਾ ਨੇ ਦੱਸਿਆ ਹੈ ਇਸ FIR ਦੇ ਵਿੱਚ ਇੱਕ ਧੀ ਦੇ ਪਿਤਾ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ ਕਿ ਉਸਦੀ ਧੀ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ 62 ਕਿਲੋਗ੍ਰਾਮ ਫ੍ਰੀ ਸਟਾਈਲ ਦੇ ਵਿੱਚ 골ਡ ਜਿੱਤਿਆ। ਇੱਥੋਂ ਧੀ ਦੇ ਨਾਲ ਫੋਟੋ ਖਿਚਵਾਉਣ ਦੇ ਲਈ ਬ੍ਰਿਜਭੂਸ਼ਣ ਨੇ ਜਬਰੀ ਉਸਨੂੰ ਆਪਣੇ ਵੱਲ ਖਿੱਚਿਆ, ਉਸਨੂੰ ਇਸ ਕਦਰ ਕੱਸ ਕੇ ਫੜਿਆ ਕਿ ਉਹ ਆਪਣੇ ਆਪ ਨੂੰ ਛਡਾਉਣ ਦੇ ਲਈ ਹਿੱਲ ਤੱਕ ਨਹੀਂ ਸਕੀ। ਇੰਨਾ ਹੀ ਨਹੀਂ, ਫੋਟੋ ਖਿਚਵਾਉਣ ਦੇ ਬਹਾਨੇ ਉਹ ਗਲਤ ਤਰੀਕੇ ਦੇ ਨਾਲ ਆਪਣਾ ਹੱਥ ਮੋਢੇ ਤੋਂ ਹੇਠਾਂ ਲੈ ਕੇ ਗਿਆ। FIR ਦੇ ਵਿੱਚ ਦਰਜ ਪੀੜਤ ਖਿਡਾਰਨ ਦੇ ਬਿਆਨ ਮੁਤਾਬਿਕ ਬ੍ਰਿਜਭੂਸ਼ਣ ਨੇ ਨਾਬਾਲਿਗ ਪਹਿਲਵਾਨ ਨੂੰ ਕਿਹਾ ਕਿ ਤੂੰ ਮੈਨੂੰ ਸਹਿਯੋਗ ਕਰ, ਮੈਂ ਤੈਨੂੰ ਸਹਿਯੋਗ ਕਰਾਂਗਾ। ਪਹਿਲਵਾਨ ਬੋਲੀ ਕਿ ਮੈਂ ਆਪਣੇ ਬਲਬੂਤੇ ਤੇ ਇੱਥੋਂ ਤੱਕ ਪਹੁੰਚੀ ਹਾਂ, ਮਿਹਨਤ ਕਰਕੇ ਅੱਗੇ ਜਾਵਾਂਗੀ। ਬ੍ਰਿਜਭੂਸ਼ਣ ਨੇ ਧਮਕਾਇਆ ਕਿ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਟ੍ਰਾਇਲ ਛੇਤੀ ਹੋਣ ਵਾਲੇ ਨੇ, ਮੇਰੀ ਗੱਲ ਨਾ ਮੰਨੀ ਤਾਂ ਖਮਿਆਜ਼ਾ ਟ੍ਰਾਇਲ ਦੇ ਵਿੱਚ ਭੁਗਤਣਾ ਪਊਗਾ ਤੇ ਉਹਨੂੰ ਭੁਗਤਣਾ ਵੀ ਪਿਆ। ਬ੍ਰਿਜਭੂਸ਼ਣ ਨੇ ਨਾਬਾਲਿਗ ਪਹਿਲਵਾਨ ਨੂੰ ਫਿਰ ਕਮਰੇ ਦੇ ਵਿੱਚ ਬੁਲਾਇਆ। ਪੀੜਤ ਖਿਡਾਰਨ ਕਰੀਅਰ ਬਰਬਾਦੀ ਡਰੋਂ ਪਰੇਸ਼ਾਨੀ ਦੇ ਵਿੱਚ ਸੀ, ਮਿਲਣ ਚਲੀ ਗਈ। ਜਿਵੇਂ ਹੀ ਕਮਰੇ 'ਚ ਪਹੁੰਚੀ, ਬ੍ਰਿਜਭੂਸ਼ਣ ਨੇ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਨਾਬਾਲਿਗ ਪਹਿਲਵਾਨ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਉਸ ਦੇ ਚੁੰਗਲ 'ਚੋਂ ਛੁਡਾਇਆ ਤੇ ਕਮਰੇ ਵਿੱਚੋਂ ਬਾਹਰ ਭੱਜ ਗਈ। 2022 ਦੇ ਮਈ ਮਹੀਨੇ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦਾ ਟ੍ਰਾਇਲ ਸੀ। ਪਿਤਾ ਨੇ ਅੱਗੇ ਦੀ ਕਹਾਣੀ ਦੱਸੀ ਕਿ ਬ੍ਰਿਜਭੂਸ਼ਣ ਦੇ ਕਹਿਣ ਦੇ ਮੁਤਾਬਿਕ ਨਾਬਾਲਿਗ ਪਹਿਲਵਾਨ ਦੇ ਨਾਲ ਇਸ ਟ੍ਰਾਇਲ ਦੇ ਵਿੱਚ ਭੇਦਭਾਵ ਕੀਤਾ ਗਿਆ। ਟ੍ਰਾਇਲ ਦੇ ਵਿੱਚ ਇੱਕ ਹੋਰ ਗੱਲ ਹੋਈ। ਟ੍ਰਾਇਲ ਦੌਰਾਨ ਐਥਲੀਟ ਦੇ ਸੂਬੇ ਤੋਂ ਰੈਫਰੀ ਤੇ ਮੈਚ ਚੇਅਰਮੈਨ ਬੁਲਾਏ ਗਏ, ਜਦਕਿ ਨਿਯਮਾਂ ਦੇ ਮੁਤਾਬਿਕ ਇਹ ਹੋ ਨਹੀਂ ਸਕਦਾ ਸੀ। ਨਾਬਾਲਿਗ ਪਹਿਲਵਾਨ ਨੇ ਵਿਰੋਧ ਕੀਤਾ ਤਾਂ ਉਸ ਨੂੰ ਕਿਹਾ ਕਿ ਤੈਨੂੰ ਖੇਡਣਾ ਪਊਗਾ, ਨਹੀਂ ਤਾਂ ਦੂਸਰੀ ਐਥਲੀਟ ਨੂੰ ਵਾਕਓਵਰ ਦੇ ਵਿੱਚ ਜੇਤੂ ਐਲਾਨਿਆ ਜਾਊਗਾ। ਨਾਬਾਲਿਗ ਪਹਿਲਵਾਨ ਦੇ ਮੈਚ ਸਮੇਂ ਰਿਕਾਰਡਿੰਗ ਨੂੰ ਔਨ ਆਫ ਕੀਤਾ ਗਿਆ ਤਾਂ ਕਿ ਵੀਡੀਓ ਦੇ ਵਿੱਚ ਗੜਬੜੀ ਕੀਤੀ ਜਾਵੇ ਤੇ ਸਾਰਾ ਕੁਝ ਕਹਿੰਦੇ ਬ੍ਰਿਜਭੂਸ਼ਣ ਦੇ ਕਹਿਣ ਤੇ ਹੋਇਆ, ਕਿਉਂਕਿ ਕਹਿੰਦੇ ਮੇਰੀ ਧੀ ਨੇ, ਪਿਤਾ ਦੱਸ ਰਿਹਾ ਹੈ, ਕਿਉਂਕਿ ਮੇਰੀ ਧੀ ਨੇ ਉਹਦੇ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਮਨਾ ਕਰ ਦਿੱਤਾ ਸੀ ਤੇ 2022 ਦੇ ਵਿੱਚ ਜਦੋਂ ਨਾਬਾਲਿਗ ਪਹਿਲਵਾਨ ਲਖਨਊ ਟ੍ਰਾਇਲ ਦੀ ਪ੍ਰੈਕਟਿਸ ਕਰ ਰਹੀ ਸੀ ਤਾਂ ਬ੍ਰਿਜਭੂਸ਼ਣ ਫੇਰ ਉਹਦੇ ਕੋਲ ਆਇਆ ਸੀ, ਉਹਨੂੰ ਇਕੱਲੇ ਮਿਲਣ ਲਈ ਬੁਲਾਇਆ ਤਾਂ ਪਹਿਲਵਾਨ ਨੇ ਖਿੱਝ ਕੇ ਕਿਹਾ ਸੀ ਕਿ ਵਾਰੀ-ਵਾਰੀ ਮੈਨੂੰ ਪਰੇਸ਼ਾਨ ਨਾ ਕਰੋ। ਇੱਕ ਹੋਰ ਗੱਲ ਸਾਹਮਣੇ ਆਈ ਹੈ, ਸ਼ਿਕਾਇਤਕਰਤਾਵਾਂ ਨੇ ਦੱਸਿਆ ਜਿਹੜੀਆਂ ਮਹਿਲਾ ਪਹਿਲਵਾਨਾਂ ਕਿ ਉਹ ਇਕੱਲੇ ਨਹੀਂ ਗਰੁੱਪ ਦੇ ਵਿੱਚ ਚੱਲਦੀਆਂ ਸੀ, ਇਸ ਦੀ ਮਾੜੀ ਨਜ਼ਰ ਤੋਂ ਪਰੇਸ਼ਾਨ ਹੋ ਕੇ।
2022 ਦੇ ਵਿੱਚ ਕਹਿੰਦੇ ਜੂਨੀਅਰ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਹੋਣੀ ਸੀ। ਇਸ ਦੇ ਲਈ ਦਿੱਲੀ ਦੇ ਵਿੱਚ 15 ਅਗਸਤ ਤੋਂ ਲੈ ਕੇ 21 ਅਗਸਤ ਤੱਕ ਕੈਂਪ ਲੱਗਿਆ ਸੀ। ਬ੍ਰਿਜ ਭੂਸ਼ਣ ਨੇ ਕਿਵੇਂ ਨਾ ਕਿਵੇਂ ਉਸੇ ਫਲੋਰ ਤੇ ਆਪਣਾ ਕਮਰਾ ਲਿਆ ਜਿੱਥੇ ਖਿਡਾਰਨਾਂ ਰੁਕੀਆਂ ਸੀ। ਜਾਣਬੁੱਝ ਕੇ ਕਹਿੰਦੇ ਧੋਤੀ ਦੇ ਵਿੱਚ ਘੁੰਮਦਾ ਸੀ, ਖਿਡਾਰੀਆਂ ਨੂੰ ਗਲਤ ਸਪਲੀਮੈਂਟ ਲੈਣ ਦਾ ਦਬਾਅ ਪਾਉਂਦਾ ਸੀ, ਯਾਨੀ ਕਿ ਗਲਤ ਸਪਲੀਮੈਂਟ ਖਾਣ ਦੇ ਲਈ ਕਹਿੰਦਾ ਸੀ, ਖਿਡਾਰਨਾਂ ਦੇ ਖਿਲਾਫ ਗਲਤ ਟਿੱਪਣੀਆਂ ਕਰਦਾ ਸੀ। ਪੀੜਤ ਖਿਡਾਰਨਾਂ ਨੇ ਦੱਸਿਆ ਕਿ ਮਹਿਲਾ ਪਹਿਲਵਾਨਾਂ ਦੇ ਵਿੱਚ ਇਸ ਕਦਰ ਖੌਫ ਸੀ ਕਿ ਉਹ ਆਪਣੇ ਕਮਰੇ ਚੋਂ ਬਾਹਰ ਨਿਕਲਣ ਵੇਲੇ ਵੀ ਡਰਦੀਆਂ ਸੀ ਤਾਂ ਕਿ ਇਹਦੇ ਨਾਲ ਸਾਹਮਣਾ ਨਾ ਹੋ ਜੇ। ਇਸ ਲਈ ਸਾਰੀਆਂ ਪਹਿਲਵਾਨਾਂ ਨੇ ਫੈਸਲਾ ਲਿਆ ਕਿ ਜਦੋਂ ਵੀ ਉਹ ਕਮਰੇ ਤੋਂ ਬਾਹਰ ਨਿਕਲਣਗੀਆਂ ਇਕੱਠੀਆਂ ਨਿਕਲਣਗੀਆਂ। ਇੱਕ ਹੋਰ ਪਹਿਲਵਾਨ ਨੇ ਇਲਜ਼ਾਮ ਲਾਇਆ ਕਿ ਕੌਮਾਂਤਰੀ ਚੈਂਪੀਅਨਸ਼ਿਪ ਦੇ ਦੌਰਾਨ ਬ੍ਰਿਜ ਭੂਸ਼ਣ ਨੇ ਹੋਟਲ ਦੇ ਰੈਸਟੋਰੈਂਟ ਦੇ ਵਿੱਚ ਖਾਣੇ ਦੀ ਮੇਜ਼ ਤੇ ਉਸ ਨੂੰ ਹੱਥ ਲਾਇਆ ਸੀ ਤੇ ਬ੍ਰਿਜ ਭੂਸ਼ਣ ਦੀ ਇਸ ਹਰਕਤ ਦੇ ਨਾਲ ਉਹ ਇੰਨਾ ਸਹਿਮ ਗਈ ਸੀ ਕਿ ਕਈ ਦਿਨਾਂ ਤੱਕ ਨਾ ਸੁੱਤੀ ਤੇ ਨਾ ਹੀ ਕੁਝ ਖਾਧਾ। 2 ਸਾਲਾਂ ਬਾਅਦ ਮੁੜ ਤੋਂ ਉਸ ਨੂੰ ਭਾਰਤੀ ਕੁਸ਼ਤੀ ਸੰਘ ਦੇ ਦਫ਼ਤਰ ਦੇ ਵਿੱਚ ਗਲਤ ਤਰੀਕੇ ਨਾਲ ਹੱਥ ਲਾਇਆ ਗਿਆ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਪੀਐਮਓ ਦੇ ਵਿੱਚ ਇੱਕ ਵਾਰੀ ਬੈਠਕ ਹੋਈ ਸੀ, ਉਸਨੇ ਵਾਰੀ-ਵਾਰੀ ਹੋਣ ਵਾਲੇ ਸਰੀਰਕ ਸ਼ੋਸ਼ਣ ਬਾਰੇ ਗੱਲ ਵੀ ਕੀਤੀ ਸੀ, ਪਰ ਸ਼ਾਇਦ ਗੱਲ ਨਹੀਂ ਸੁਣੀ ਗਈ। ਇੱਕ ਖਿਡਾਰਨ ਨੇ ਦੱਸਿਆ ਕਿ ਇਲਾਜ ਦੇ ਬਹਾਨੇ ਸਰੀਰਕ ਸੰਬੰਧ ਬਣਾਉਣ ਦੀ ਇਹ ਮੰਗ ਕਰਦਾ ਸੀ। ਕੌਮਾਂਤਰੀ ਚੈਂਪੀਅਨਸ਼ਿਪ ਦੇ ਵਿੱਚ ਬ੍ਰਿਜ ਭੂਸ਼ਣ ਨੇ ਪਹਿਲੀ ਵਾਰੀ ਸਰੀਰਕ ਸ਼ੋਸ਼ਣ ਉਦੋਂ ਕੀਤਾ ਜਦੋਂ ਉਸਦੇ ਸਾਹ ਦੀ ਜਾਂਚ ਕਰਨ ਦੇ ਬਹਾਨੇ ਬ੍ਰਿਜ ਭੂਸ਼ਣ ਨੇ ਗਲਤ ਤਰੀਕੇ ਦੇ ਨਾਲ ਹੱਥ ਲਾਇਆ। ਇੱਕ ਮਹਿਲਾ ਖਿਡਾਰੀ ਨੇ ਦਾਅਵਾ ਕੀਤਾ ਕਿ ਚੈਂਪੀਅਨਸ਼ਿਪ ਦੇ ਦੌਰਾਨ ਉਸ ਨੂੰ ਸੱਟ ਲੱਗ ਗਈ ਸੀ। ਕੌਮਾਂਤਰੀ ਚੈਂਪੀਅਨਸ਼ਿਪ ਸੀ, ਵਿਦੇਸ਼ 'ਚ ਗਏ ਹੋਏ ਸੀ। ਭਾਰਤ ਆਉਣ ਤੋਂ ਬਾਅਦ ਉਹਨਾਂ ਨੂੰ ਫੈਡਰੇਸ਼ਨ ਦੇ ਦਫ਼ਤਰ ਬੁਲਾਇਆ ਗਿਆ। ਬ੍ਰਿਜ ਭੂਸ਼ਣ ਨੇ ਕਥਿਤ ਤੌਰ ਤੇ ਉਸ ਨੂੰ ਕਿਹਾ ਕਿ ਮਹਾਸੰਘ ਉਸ ਦੇ ਇਲਾਜ ਦਾ ਖਰਚਾ ਚੁੱਕਣ ਲਈ ਤਿਆਰ ਹੈ, ਬਸ਼ਰਤੇ ਕਿ ਉਹ ਸਰੀਰਕ ਸੰਬੰਧ ਉਹਦੇ ਨਾਲ ਬਣਾ ਲਵੇ। ਯਾਨੀ ਕਿ ਖਿਡਾਰਨ ਭਾਰਤ ਦੇ ਲਈ ਖੇਡਣ ਗਈ ਹੈ, ਵਿਦੇਸ਼ ਦੇ ਵਿੱਚ ਗਈ ਹੈ, ਖੇਡ ਦੌਰਾਨ ਉਸ ਨੂੰ ਸੱਟ ਲੱਗੀ ਹੈ ਤੇ ਮਹਾਸੰਘ ਤਾਂ ਉਹਦੇ ਇਲਾਜ ਦਾ ਖਰਚਾ ਕਰੂ ਜੇ ਉਹ ਸੰਬੰਧ ਬਣਾਉਗੀ। ਇੱਥੋਂ ਤੱਕ ਇਹਨੂੰ ਧੱਕਾ ਨਾ ਕਹੀਏ ਤਾਂ ਹੋਰ ਕੀ ਕਹੀਏ। ਜਾਂਚ ਕਮੇਟੀ ਨੇ ਵਾਰੀ-ਵਾਰੀ ਕੈਮਰੇ ਬੰਦ ਕੀਤੇ, ਇਹ ਵੀ ਐਫਆਈਆਰ ਦੇ ਵਿੱਚ ਸਾਹਮਣੇ ਆਇਆ ਹੈ। ਖਿਡਾਰਨ ਦੇ ਮੁਤਾਬਿਕ ਉਹ WFI ਦੇ ਮੁਖੀ ਦੇ ਖਿਲਾਫ ਸਰੀਰਕ ਸ਼ੋਸ਼ਣ ਦੀ ਜਾਂਚ ਨੂੰ ਲੈ ਕੇ ਗਠਿਤ ਪੈਨਲ ਦੇ ਮੈਂਬਰਾਂ ਸਾਹਮਣੇ ਪੇਸ਼ ਹੋਈ। ਇਸ ਦੌਰਾਨ ਰਿਕਾਰਡਿੰਗ ਡਿਵਾਈਸ ਨੂੰ ਵਾਰੀ-ਵਾਰੀ ਬੰਦ ਕੀਤਾ ਗਿਆ ਤੇ ਖਿਡਾਰਨ ਨੂੰ ਪਤਾ ਲੱਗ ਗਿਆ ਸੀ ਕਿ ਉਹਦੇ ਬਿਆਨਾਂ ਦੇ ਨਾਲ ਛੇੜਛਾੜ ਹੋ ਸਕਦੀ ਹੈ ਜਦੋਂ ਉਹ ਆਪਣੇ ਬਿਆਨ ਦਰਜ ਕਰਵਾ ਰਹੀ ਸੀ। ਸੋ ਲਗਾਤਾਰ 5 ਸਾਲ ਮਹਿਲਾ ਪਹਿਲਵਾਨਾਂ ਨੇ ਸਾਰਾ ਸ਼ੋਸ਼ਣ ਸਹਿਆ ਹੈ। ਲੱਗਦਾ ਸੀ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਊਗਾ। ਪਹਿਲਾਂ ਉਹਨਾਂ ਨੇ ਆਪਣੇ ਪੱਧਰ ਤੇ ਜਿਹੜੇ ਸੰਘ ਦੇ ਅੰਦਰ ਤੇ ਬਾਹਰ ਸ਼ਿਕਾਇਤਾਂ ਕੀਤੀਆਂ, ਪਰ ਉਹਨਾਂ ਨੂੰ ਜਨਤਕ ਤੌਰ ਤੇ ਖੁੱਲ੍ਹ ਕੇ ਸਾਰੀ ਦੁਨੀਆ ਦੇ ਸਾਹਮਣੇ ਆਉਣਾ ਪਿਆ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਸੀ। ਜਨਵਰੀ ਦੇ ਵਿੱਚ ਪਹਿਲੀ ਵਾਰੀ ਉਹਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੋਸ਼ ਲਾਏ। ਵੱਡੀਆਂ ਮਹਿਲਾ ਪਹਿਲਵਾਨਾਂ ਦੇ ਨਾਲ ਪਹਿਲਵਾਨ ਧਰਨੇ ਤੇ ਬੈਠੇ, ਪਰ ਜਦੋਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਜਾਂਚ ਹੋਏਗੀ, ਜਾਂਚ ਕਮੇਟੀ ਬਣਾਏਗੀ, ਧਰਨੇ ਤੋਂ ਚਲੇ ਗਏ ਸੀ। ਤੇ ਜਦੋਂ ਜਾਂਚ ਰਿਪੋਰਟ ਜਨਤਕ ਨਹੀਂ ਹੋਈ, ਫਿਰ ਮਹਿਲਾ ਪਹਿਲਵਾਨਾਂ ਨੇ ਆਪਣਾ ਸੰਘਰਸ਼ ਵਿੱਢਿਆ। 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਹਾਲਾਂਕਿ ਉਹਨਾਂ ਦੇ ਸੰਘਰਸ਼ ਨੂੰ ਤਾਰ-ਪੀੜੋ ਕੀਤਾ ਗਿਆ ਹੈ, ਪਰ ਹਾਲੇ ਵੀ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ਾਂ ਨੇ ਜਿਹੜੀਆਂ ਉਹ ਬੁਲੰਦ ਹੋ ਰਹੀਆਂ ਨੇ। ਤੇ ਇਸ ਸੰਘਰਸ਼ ਦੇ ਦਬਾਅ ਦੇ ਵਿੱਚ ਹੀ ਦਿੱਲੀ ਪੁਲਿਸ ਨੇ ਪੀੜਤ ਪਹਿਲਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਪਹਿਲੀ ਐਫਆਈਆਰ ਦੇ ਵਿੱਚ IPC ਦੀ ਧਾਰਾ 354 ਯਾਨੀ ਕਿ ਮਹਿਲਾ ਦੇ ਖਿਲਾਫ ਆਪਣੀ ਤਾਕਤ ਦੀ ਵਰਤੋਂ ਕਰਕੇ ਉਹਦੇ ਨਾਲ ਗਲਤ ਸਲੂਕ ਕਰਨਾ, 354 ਸਰੀਰਕ ਸ਼ੋਸ਼ਣ, 354D ਪਿੱਛਾ ਕਰਨਾ, 34 ਬੁਰੇ ਇਰਾਦੇ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪਹਿਲੀ ਐਫਆਈਆਰ ਦੇ ਵਿੱਚ ਬ੍ਰਿਜ ਭੂਸ਼ਣ ਦੇ ਸਕੱਤਰ ਵਿਨੋਦ ਤੋਮਰ ਦਾ ਨਾਮ ਵੀ ਸ਼ਾਮਲ ਹੈ। 5 ਵਾਰ ਦੇ MP ਬ੍ਰਿਜ ਭੂਸ਼ਣ ਦੀ ਸਿਆਸੀ ਤਾਕਤ ਕਹਿੰਦੇ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ। ਖਿਡਾਰੀ ਇਸੇ ਲਈ ਇਸ ਵਾਰੀ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਹਨ। ਵਾਰੀ-ਵਾਰੀ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਕਿ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੋਏਗਾ ਅਸੀਂ ਪਿੱਛੇ ਨਹੀਂ ਹਟਾਂਗੇ। ਖਾਪ ਪੰਚਾਇਤਾਂ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਇਹਨਾਂ ਧੀਆਂ ਦੇ ਹੱਕ ਵਿੱਚ ਖੜੀਆਂ ਹੋ ਗਈਆਂ ਨੇ। ਪਰ ਬੀਜੇਪੀ ਅਗਲੇ ਸਾਲ ਹੋਣ ਵਾਲੀ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਸ਼ਾਇਦ ਸਿਆਸੀ ਸਮੀਕਰਨ ਨਹੀਂ ਵਿਗਾੜਨਾ ਚਾਹੁੰਦੀ, ਇਸ ਲਈ ਬ੍ਰਿਜ ਭੂਸ਼ਣ ਦੇ ਖਿਲਾਫ ਸਿੱਧੀ ਕਾਰਵਾਈ ਤੋਂ ਗੁਰੇਜ਼ ਕਰ ਰਹੀ ਹੈ। 28 ਮਈ ਨੂੰ ਜਦੋਂ ਸੰਸਦ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਹੋਇਆ ਤਾਂ ਇਹ ਮੁਲਜ਼ਮ ਬ੍ਰਿਜ ਭੂਸ਼ਣ ਜਿਸ ਦੇ ਖਿਲਾਫ ਇਲਜ਼ਾਮ ਲੱਗ ਰਹੇ ਨੇ, ਹਾਲਾਂਕਿ ਦੋਸ਼ ਕੋਈ ਸਾਬਤ ਨਹੀਂ ਹੋਇਆ, ਤਾਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚਿੱਟੇ ਕੱਪੜੇ ਪਾ ਕੇ ਤਸਵੀਰਾਂ ਖਿਚਵਾ ਰਿਹਾ ਸੀ ਤੇ ਖਿਡਾਰਨਾਂ ਨੇ ਉਸ ਤੋਂ ਬਾਅਦ ਕਿਹਾ ਸੀ ਕਿ ਸਾਨੂੰ ਇਸ ਦੀ ਸਫੈਦੀ ਹੈ ਜਿਹੜੀ ਇਸ ਦੇ ਕੱਪੜਿਆਂ ਦੀ ਸਫੈਦੀ ਚੁੱਭ ਰਹੀ ਸੀ। ਸਰਕਾਰ ਨੇ ਆਪ ਪਹਿਲ ਕਦਮੀ ਨਹੀਂ ਵਿਖਾਈ। ਇਸ ਤੋਂ ਬ੍ਰਿਜ ਭੂਸ਼ਣ ਦੀ ਤਾਕਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸੋ ਇੰਨਾ ਕੁਝ ਸਾਹਮਣੇ ਆਉਣ ਦੇ ਬਾਵਜੂਦ ਵੀ ਜੇ ਇਸ ਮੁਲਜ਼ਮ ਨੂੰ ਇਸ ਦੇ ਕੀਤੇ ਕਾਰੇ ਦੀ ਸਜ਼ਾ ਨਹੀਂ ਮਿਲਦੀ, ਭਾਵੇਂ ਉਹ ਆਮ ਇਨਸਾਨ ਕਿਉਂ ਨਾ ਹੋਵੇ, ਕਿਸੇ ਵੱਡੇ ਅਹੁਦੇ ਤੇ ਕਿਉਂ ਨਾ ਹੋਵੇ, ਸਭ ਤੋਂ ਵੱਡੇ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਤੇ ਕਿਉਂ ਨਾ ਹੋਵੇ, ਜੇ ਹੁਣ ਵੀ ਕੀਤੇ ਦੀ ਸਜ਼ਾ ਨਾ ਮਿਲੀ ਤਾਂ ਇਸ ਮੁਲਕ ਦੀ ਨਿਆਂਪਾਲਿਕਾ ਦਾ ਸਿਰ ਸ਼ਰਮ ਦੇ ਨਾਲ ਝੁਕ ਜਾਊਗਾ। ਇਸ ਮੁਲਕ ਦੀਆਂ
ਸਰਕਾਰਾਂ ਦੇ ਮੂੰਹ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਖਿੱਲੀ ਉਡਾਉਣ ਵਰਗਾ ਇਹ ਕਦਮ ਸਾਬਿਤ ਹੋਊਗਾ। ਜੇ ਇਨਸਾਫ ਹਾਲੇ ਵੀ ਨਾ ਮਿਲਿਆ ਤਾਂ ਸ਼ਾਇਦ ਮੁਲਕ ਦੀਆਂ ਧੀਆਂ ਭਲਵਾਨ ਬਣਨ ਦੇ ਸੁਪਨੇ ਮਿੱਟੀ ਵਿੱਚ ਦੱਬ ਦੇਣਗੀਆਂ। FIR ਦੇ ਵਿੱਚ ਜੋ ਸਾਡੀਆਂ ਭੈਣਾਂ ਨੇ ਖੁਲਾਸੇ ਕੀਤੇ ਨੇ ਉਹ ਕੋਈ ਜੱਗੋਂ ਤੇਰਵੀਂ ਗੱਲ ਨਹੀਂ ਹੈ ਕਿ ਅਜਿਹਾ ਹੋ ਹੀ ਨਹੀਂ ਸਕਦਾ। ਬਿਲਕੁਲ ਹੋ ਸਕਦਾ ਹੈ ਤੇ ਬਿਨਾਂ ਸ਼ੱਕ ਹੋਇਆ ਹੋਊਗਾ, ਕਿਉਂਕਿ ਸਾਡੇ ਮੁਲਕ ਦੀਆਂ ਖੁੱਦਾਰ ਧੀਆਂ ਨੂੰ ਆਪਣੀ ਇੱਜ਼ਤ ਦਾ ਮੁਜ਼ਾਹਰਾ ਕਰਨ ਦਾ ਕੋਈ ਚਾਅ ਨਹੀਂ ਚੜਿਆ ਸੀ। ਅੱਕ ਕੇ ਉਹ ਬੋਲੀਆਂ ਨੇ, ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਉਹ ਆਈਆਂ ਨੇ ਦੁਨੀਆ ਦੇ ਸਾਹਮਣੇ। ਤੇ ਜੋ ਉਹਨਾਂ ਦੇ ਨਾਲ ਹੋਇਆ ਉਹ ਦੇਸ਼ ਦੀਆਂ ਬਹੁਤ ਸਾਰੀਆਂ ਧੀਆਂ ਭੈਣਾਂ ਦੇ ਨਾਲ ਹੁੰਦਾ ਹੈ, ਹਰ ਥਾਂ ਤੇ, ਘਰਾਂ ਦੇ ਵਿੱਚ, ਬੱਸਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਖੇਤਾਂ ਦੇ ਵਿੱਚ, ਕਿਤੇ ਵੀ ਹੁੰਦਾ ਹੈ। ਪਰ ਜ਼ਿਆਦਾਤਰ ਆਵਾਜ਼ਾਂ ਨੇ ਜਿਹੜੀਆਂ ਉਹ ਅੰਦਰ ਹੀ ਗੁੰਮ ਹੋ ਕੇ ਖਾਮੋਸ਼ ਹੋ ਜਾਂਦੀਆਂ ਨੇ। ਆਸ ਹੈ ਕਿ ਸਾਡੀਆਂ ਭਲਵਾਨ ਧੀਆਂ ਦੇ ਨਾਲ ਇਨਸਾਫ ਹੋਊਗਾ। ਖਾਸ ਰਿਪੋਰਟ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।